श्री नानक पद पंकज बंदन पद पंकज बंदना सिमरो अंगद दोख निकंदना अमर दास गुर हृदय त्यागो हृदय त्यागो श्री गुरु रामदास गुण गावो श्री अर्जन विघ्नन के नाशक विघ्नन के नाशक हर गोबिंद शुभ समत प्रकाशक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह बिसाला तरों तरा पर पुन पुन सीसा जी पुन पुन सीसा बंदों बार बार जगदीशा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक ओंकारा सतगुरु तेह प्रसाद सत होए वाहेगुरु जी की फतेह विघ्न विनाशन सोए वाहेगुरु जी की फतेह विघ्न विनाशन सोए दोहरा पुर सुल्तान समीप में मैल सिंहा एक ग्रामा हो तो उपासक काल का तहाँ भगीरथ नामा जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर जुड़ मिल बैठे अत सत्कारयोग सत्संगी जनों दोवें हाथ जोड़ के फतेह प्रवान करो आखो जी वाहिगुरु जी का खालसा वाहिगुरु जी की फतेह। सतगुरां जी की अपार कृपा के सदका सानू इस सुभाग समा प्राप्त होया जिथे असी जुड़मल बैठ के सतगुरां जी की पावन पवित्र हजूरी अंदर शामा के दीवाना दौरान नाम सिमरन के नाल अपनी सुरत को इकागर करदियां सतगुरु जी के चरणों में हाज़री लगवाई है। उस तो उपरंत आप जी के नाल लड़ीवार इतिहासक कथा विचारों के नाल सांझ पाउण दा समा प्राप्त हो गया है। जिहड़े आप जियां दे विचों शरीर रोजाना ही गुरु दरबार की हाज़री भर के लाहा प्राप्त करते हैं वो सारे भली भांत ही जानते हैं कि असी पिछले दीवाना के अंदर 26वें अध्याय की समाप्ति की सी। अज के इन्हां दीवाना के अंदर 27वें अध्याय की आरंभता करांगे जिसका सरलेख मन सुख ते भगीरथ है। कुछ को पंछी चात पिछले दीवाना अंदर मार लीए ताजो इस प्रसंग की लड़ी समझण दे विच सानू कुछ सोख महसूस हो सके। पिछले दीवाना के अंदर या पिछले प्रसंग के अंदर असी ये विचार सरवण किए सन या उस प्रसंग का सरलेख भी यही सी कि धन गुरु नानक साहिब जी महाराज जी के घर दे विच वड्डे सपुत्र बाबा श्री चंद जी का आगमन होना। बेबे नानकी जी के मन के विच इच्छा सी
ਤੇ ਇੱਛਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਪ੍ਰਗਟ ਕੀਤੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੀ ਇੱਛਾ ਦੱਸਣੀ ਕੀਤੀ ਕਿ हे ਮੇਰੇ ਪਿਆਰੇ ਵੀਰ ਜੀ, ਮੇਰੇ ਮਨ ਦੀ ਇੱਛਾ ਹੈ, ਮੇਰੇ ਮਨ ਦੀ ਚਾਹਨਾ ਹੈ, ਮੇਰੇ ਮਨ ਦੀ ਤਾਂਘ ਹੈ ਕਿ ਤੁਹਾਡੇ ਘਰ ਦੇ ਵਿੱਚ ਜਿਹੜਾ ਪੁੱਤਰ ਜਨਮ ਲਵੇ, ਤੁਹਾਡੇ ਉਸ ਬੱਚੇ ਨੂੰ ਮੈਂ ਬੜੇ ਲਾਡ ਪਿਆਰ ਦੇ ਨਾਲ ਪਿਆਰ ਦੇਵਾਂਗੀ ਤੇ ਉਹਨੂੰ ਚਾਵਾਂ ਦੇ ਨਾਲ ਖਿਡਾਵਾਂਗੀ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਿਆਰੇ ਭੈਣ ਜੀ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਬਚਨ ਆਖੇ ਸਨ ਕਿ ਤੁਸੀਂ ਉਸ ਅਕਾਲ ਪੁਰਖ ਦੀ ਬੰਦਗੀ ਕਰਦੇ ਹੋ, ਭਗਤੀ ਕਰਦੇ ਹੋ, ਸਿਮਰਨ ਕਰਦੇ ਹੋ। ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਦਾ ਮੁੱਢ ਕਦੀਮ ਦਾ ਸੁਭਾਅ ਹੈ, ਉਸ ਦਾ ਬਿਰਧ ਹੈ ਕਿ ਉਹ ਆਪਣੇ ਸੇਵਕਾਂ ਦੀ, ਆਪਣੇ ਮੁਰੀਦਾਂ ਦੀ ਮੁਰਾਦ ਜ਼ਰੂਰ ਪੂਰੀ ਕਰਦਾ ਹੈ। ਤੇ ਬੇਬੇ ਨਾਨਕੀ ਜੀ ਨੇ ਮਨ ਦੇ ਵਿੱਚ ਇਹ ਸੰਕਲਪ ਧਾਰਨ ਕੀਤਾ ਸੀ ਵੀ ਅੱਜ ਤੱਕ ਮੇਰੇ ਵੀਰ ਨੇ ਜਿਹੜੇ ਵੀ ਬਚਨ ਮੇਰੇ ਨਾਲ ਸਾਂਝੇ ਕੀਤੇ ਨੇ, ਜਾਂ ਦੁਨੀਆ ਦੇ ਲੋਕਾਂ ਨੇ ਜਿੱਥੇ ਕਿਤੇ ਵੀ ਇਹਨਾਂ ਨੂੰ ਅਜਮਾਉਣਾ ਚਾਹਿਆ, ਉਹ ਬਚਨ ਪ੍ਰਤੱਖ ਹੋਏ ਨੇ, ਸੰਪੂਰਨ ਹੋਏ ਨੇ, ਕੋਈ ਵੀ ਬਚਨ ਅਧੂਰਾ ਨਹੀਂ ਰਿਹਾ। ਮੈਨੂੰ ਅੱਜ ਵੀ ਯਕੀਨ ਹੈ ਕਿ ਇਹ ਜਿਹੜੇ ਬਚਨ ਮੇਰੇ ਵੀਰ ਨੇ ਮੇਰੇ ਨਾਲ ਸਾਂਝੇ ਕੀਤੇ ਨੇ ਨਾ, ਇਹ ਬਚਨ ਵੀ ਜ਼ਰੂਰ ਸੰਪੂਰਨ ਹੋਣਗੇ। ਤੇ ਦੇਖੋ, ਜੇ ਅਸੀਂ ਦੁਨਿਆਵੀ ਰਿਸ਼ਤੇ ਦੀ ਗੱਲ ਕਰੀਏ, ਬੇਬੇ ਨਾਨਕੀ ਜੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਰਿਸ਼ਤਾ ਜਿਹੜਾ ਹੈ ਭੈਣ ਭਰਾ ਦਾ ਹੈ। ਤੇ ਭੈਣ ਬੇਬੇ ਨਾਨਕੀ ਜੀ ਇਹ ਸੁੱਖ ਮੰਗਦੇ ਨੇ, ਆਪਣੇ ਮਨ ਦੇ ਵਿੱਚ ਇੱਛਾ ਰੱਖਦੇ ਨੇ ਕਿ ਮੇਰੇ ਭਰਾ ਦੇ ਘਰ ਦੇ ਵਿੱਚ ਕੋਈ ਬੱਚਾ ਜਨਮ ਲਵੇ ਤੇ ਮੇਰੇ ਭਰਾ ਦਾ ਜਿਹੜਾ ਪਰਿਵਾਰ ਹੈ ਉਹ ਖੁਸ਼ੀਆਂ ਮਨਾਵੇ, ਵਧੀਆ ਪਰਿਵਾਰ ਸੁਖੀ ਤਰੀਕੇ ਦੇ ਨਾਲ ਵਸੇ। ਤੇ ਦੂਜੇ ਪਾਸੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਦੁਨਿਆਵੀ ਰਿਸ਼ਤੇ ਦੇ ਅਨੁਸਾਰ ਜੇਕਰ ਦੇਖੀਏ, ਘਰ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਹੁੰਦਾ, ਪਹਿਲਾ ਸਪੁੱਤਰ ਹੈ, ਵੱਡੇ ਸਪੁੱਤਰ ਨੇ, ਤੇ ਬਾਬਾ ਸ਼੍ਰੀ ਚੰਦ ਜੀ ਹਜੇ ਕੁਝ ਕੁ ਦਿਨਾਂ ਦੇ ਹੁੰਦੇ ਨੇ, 1 ਸਾਲ ਦਾ ਸਮਾਂ ਬਤੀਤ ਹੁੰਦਾ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਬੇਬੇ ਨਾਨਕੀ ਜੀ ਦੀ ਝੋਲੀ ਦੇ ਵਿੱਚ ਪਾ ਦਿੰਦੇ ਨੇ ਤੇ ਬਚਨ ਕਰਦੇ ਨੇ, ਅੱਜ ਤੋਂ ਤੁਸੀਂ ਇਹਨਾਂ ਦੀ ਪਰਵਰਿਸ਼ ਦਾ ਖਿਆਲ ਰੱਖਣਾ, ਤੁਸੀਂ ਹੀ ਇਹਨਾਂ ਦੀ ਪਾਲਣਾ ਕਰਨੀ ਹੈ। ਇੱਕ ਬੇਨਤੀ ਆਪ ਜੀ ਦੇ ਨਾਲ ਹੋਰ ਸਾਂਝੀ ਕਰ ਦਵਾਂ। ਆ ਕੁਝ ਕੁ ਦਿਨਾਂ ਦੇ ਤੱਕ ਅਸੀਂ ਤਿਉਹਾਰ ਵੀ ਮਨਾਉਣੇ ਨੇ, ਦੁਨੀਆ ਦੇ ਨਾਲ ਵੀ ਅਸੀਂ ਪੂਰਾ ਪ੍ਰਭਾਵ ਆਪਣਾ ਦੁਨੀਆ ਦਾ ਕਬੂਲਿਆ ਹੋਇਆ। ਤੇ ਜੇਕਰ ਭੈਣ ਭਰਾ ਦੇ ਰਿਸ਼ਤੇ ਦੀ ਗੱਲ ਕਰੀਏ, ਅੱਜ ਦੇ ਸਮੇਂ ਦੇ ਅਨੁਸਾਰ ਜੇਕਰ ਅਸੀਂ ਝਾਤ ਮਾਰੀਏ ਤਾਂ ਇੱਕ ਧਾਗੇ ਦੇ ਬੰਧਨ ਦੇ ਨਾਲ ਭੈਣ ਭਰਾ ਦਾ ਰਿਸ਼ਤਾ ਕਦੇ ਵੀ ਪੱਕਾ ਨਹੀਂ ਹੋ ਸਕਦਾ। ਤੇ ਨਾਲੇ ਉਹ ਰਿਸ਼ਤਾ ਵੀ ਕਿਹੋ ਜਿਹਾ ਵੀ ਜਿਹੜਾ ਸਾਲ ਬਾਅਦ ਯਾਦ ਕਰਾਉਣਾ ਪਵੇ। ਬੇਬੇ ਨਾਨਕੀ ਜੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਭੈਣ ਭਰਾ ਦਾ ਰਿਸ਼ਤਾ ਹੈ, ਸਾਡੇ ਸਾਹਮਣੇ ਇੱਕ ਬਹੁਤ ਵੱਡੀ ਮਿਸਾਲ ਹੈ ਕਿ ਇੱਕ ਪਾਸੇ ਭੈਣ ਇਹ ਸੁੱਖ ਮੰਗ ਰਹੀ ਵੀ ਮੇਰੇ ਭਰਾ ਦਾ ਘਰ ਪਰਿਵਾਰ ਸੁਖੀ ਸਾਂਦ ਵਸੇ, ਤੇ ਦੂਜੇ ਪਾਸੇ ਭਰਾ ਨੇ ਆਪਣੀ ਭੈਣ ਦੀ ਜਿਹੜੀ ਮਨ ਦੀ ਇੱਛਾ ਸੀ ਉਹ ਪੂਰੀ ਕੀਤੀ ਕਿ ਆਪਣੇ ਜਿਗਰ ਦਾ ਟੋਟਾ ਆਪਣੀ ਭੈਣ ਦੀ ਝੋਲੀ ਦੇ ਵਿੱਚ ਪਾ ਦਿੱਤਾ। ਇਸ ਤੋਂ ਵੱਡੀ ਮਿਸਾਲ ਸਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲੇਗੀ। ਸਾਨੂੰ ਇਸ ਪੱਖ ਤੋਂ ਵੀ ਸਮਝਣਾ ਪਵੇਗਾ। ਅੱਜ ਦੇ ਸਮੇਂ ਦੇ ਵਿੱਚ ਅਸੀਂ ਕੇਵਲ ਤੇ ਕੇਵਲ ਦੇਖੀਏ ਤਾਂ ਰਿਸ਼ਤੇ ਲੋੜ ਦੇ ਅਨੁਸਾਰ ਹੀ ਨਿਭਾਏ ਜਾਂਦੇ ਨੇ। ਜਦੋਂ ਸਾਡੀ ਲੋੜ ਪੂਰੀ ਹੋ ਜਾਵੇ, ਜਦੋਂ ਜ਼ਰੂਰਤ ਪੂਰੀ ਹੋ ਜਾਵੇ ਤਾਂ ਰਿਸ਼ਤਿਆਂ ਦੇ ਵਿੱਚ ਦਰਾਰਾਂ ਪੈਣੀਆਂ ਵੀ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਥੋਂ ਤੱਕ ਵੀ ਰਿਸ਼ਤੇ ਖਤਮ ਵੀ ਹੋ ਜਾਂਦੇ ਨੇ। ਰਿਸ਼ਤਾ ਇਹ ਨਹੀਂ ਵੀ ਜਦੋਂ ਤੱਕ ਸਾਡੀ ਜ਼ਰੂਰਤ ਹੈ ਉਹ ਰਿਸ਼ਤਾ ਬਣਿਆ ਰਹੇ। ਰਿਸ਼ਤਾ ਉਹ ਹੈ ਵੀ ਜਿਸ ਦੇ ਵਿੱਚ ਜ਼ਰੂਰਤਾਂ ਨਾ ਦੇਖੀਆਂ ਜਾਣ ਤੇ ਅਗਲੇ ਦੇ ਦੁੱਖ ਸੁੱਖ ਦੇ ਵੇਲੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ ਜਾਈਏ, ਉਹ ਅਸਲ ਦੇ ਵਿੱਚ ਰਿਸ਼ਤਾ। ਤੇ ਫਿਰ ਉਹ ਰਿਸ਼ਤਾ ਚਾਹੇ ਅਸੀਂ ਸਮਾਜ ਦੇ ਅੰਦਰ ਦੇਖੀਏ, ਕਈ ਵਾਰੀ ਸਾਡੇ ਘਰ ਦੇ ਵਿੱਚ ਸਾਡੇ ਨਾਲ ਰਹਿਣ ਵਾਲੇ ਉਹ ਸਥਿਤੀ ਦੇ ਵਿੱਚ ਸਾਡਾ ਸਾਥ ਨਹੀਂ ਦਿੰਦੇ। ਕਈ ਵਾਰੀ 7 ਬੇਗਾਨਾ ਸਾਡੇ ਨਾਲ ਆ ਕੇ ਖੜ ਜਾਂਦਾ। ਅਸੀਂ ਆਖ ਦਿੰਦੇ ਆ ਵੀ ਸਾਡਾ ਤਾਂ ਖੂਨ ਦੇ ਰਿਸ਼ਤੇ ਵਾਲਿਆਂ ਨੇ ਵੀ ਸਾਥ ਨਹੀਂ ਦਿੱਤਾ, ਇਹ ਸਾਡੇ ਨਾਲ ਖੜ ਗਿਆ। ਰਿਸ਼ਤਾ ਇਕੱਲਾ ਖੂਨ ਦਾ ਹੀ ਨਹੀਂ ਹੁੰਦਾ। ਰਿਸ਼ਤਾ ਉਹ ਹੁੰਦਾ ਜਿਹੜਾ ਔਖੇ ਅਤੇ ਸੌਖੇ ਵੇਲੇ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ ਜਾਵੇ। ਇਹ ਭੈਣ ਭਰਾ ਦੇ ਰਿਸ਼ਤੇ ਦੀ ਮਿਸਾਲ ਅਸੀਂ ਪਿਛਲੇ ਪ੍ਰਸੰਗ ਦੇ ਵਿੱਚ ਸਰਵਣ ਕਰ ਚੁੱਕੇ ਹਾਂ ਕਿ ਕਿਵੇਂ ਇੱਕ ਭੈਣ ਆਪਣੇ ਭਰਾ ਦੀ ਸੁੱਖ ਸਾਂਦ ਮੰਗ ਰਹੀ ਤੇ ਅੱਗਿਓਂ ਭਰਾ ਵੀ ਕਿਸੇ ਪੱਖੋਂ ਘੱਟ ਨਹੀਂ ਕਰਦਾ। ਭਰਾ ਵੀ ਆਪਣੇ ਭੈਣ ਦੇ ਘਰ ਦੇ ਵਿੱਚ ਖੁਸ਼ੀਆਂ ਭਰਪੂਰ ਕਰਨ ਦੇ ਲਈ ਪੂਰਾ ਯਤਨ ਕਰ ਰਿਹਾ। ਇੱਥੋਂ ਤੱਕ ਪ੍ਰਸੰਗ ਪਿਛਲੇ ਦੀਵਾਨਾਂ ਵਿੱਚ ਅਸੀਂ ਸਰਵਣ ਕਰ ਚੁੱਕੇ ਹਾਂ। ਆਓ ਅਗਲੇ ਅਧਿਆਏ ਦੀ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ
सारे जाने रल मिल के अपनी रसना तो उच्चारण करो जी। धन धन साहिब श्री गुरु नानक साहिब जी महाराज, धन धन साहिब श्री गुरु नानक साहिब जी महाराज। दोहरा पुर सुल्तान समीप में मैल सिंहा एक ग्राम, हो तो उपासक काल का तहाँ भगीरथ नामा। भाई बाला जी गुरु अंगद साहिब जी महाराज जी नूं धन गुरु नानक साहिब जी महाराज जी के जीवन की कथा सुनाते हुए इत्थों तक सुनाना करते हैं कि हे बादशाह जी, जिस सुल्तानपुर की धरती के उत्ते धन गुरु नानक साहिब जी महाराज जी के नाल मैं भी मोदी खाने का असी कार करते सा, मोदी खाने का काम काज संभालते सा, उसे सुल्तानपुर की धरती के नेड़े, सुल्तानपुर के नेड़े एक होर निक्का जिहा नगर सी जिसका नाम है मिलसीहा। सुल्तानपुर के नेड़े मिलसीहा नाम का एक पिंड है, तो उस पिंड का रहने वाला एक वसनीक है, एक चौधरी है, जिहदा नाम इतिहास दे विच भाई भगीरथ करके आया। तो कवि संतोख सिंह जी चूड़ामणी जी ये भी लिखते हैं, भाई भगीरथ धन गुरु नानक साहिब जी महाराज जी की शरण आने तो पहला कालका देवी की पूजा करते सन। हुतो उपासक कालका तहाँ भगीरथ नाम। भगीरथ नाम का एक व्यक्ति रहिंदा है मिलसीहा पिंड दे विच, ते कालका दी जिहड़ी है वो पूजा करते हैं। चौपई ज्यो मिलते हैं लिया गुरमत रीति, त्यो मैं कौन सुनो कर प्रीति। ते फिर बाला जी आखदे ने गुरु अंगद साहिब जी महाराज जी नूं कि हे बादशाह जी, मैं तुहानूं उस प्रसंग की विथया सुनाउंदा कि किवें उन्होंने धन गुरु नानक साहिब जी महाराज जी की शरण दे विच आके धन गुरु नानक साहिब जी महाराज जी की सिੱਖੀ धारण की सी। ज्यों मिलते हैं ले गुरमत रीति, कि गुरु जी नूं मिल के किवें उन्होंने गुरमत की रीति नूं अपनाया, किवें उन्होंने गुरमत की विचारधारा नूं अपनाया। तो वो मैं कहूँ सुनो कर प्रीति, ते कहंदे मैं वो सारी कथा हुण तुहानूं सुनानी करदा, ते सारे जने रल मिल के प्रीत दे नाल एकाग्र चित्त हो के वो सारी कथा सुननी करो। भाव तरे सेवत नित कानी, सुच संजम कर पूर सुचानी। ते कहंदे ओ भाई भगीरथ जिहड़ा सी ना, जिहने धन गुरु नानक साहिब जी महाराज जी की मत धारण की, सिੱਖੀ धारण की, विचारधारा अपनाई, कहंदे इहो जे हालात सन कि वो कालका देवी की पूजा करते सन, देवी दे उपासक सन। कहंदे पूरी सुच संजम दे नाल, पूरी शरधा दे नाल वो इसे तरह आराधना करते सन। रटे नाम पो पवा पवानी, जगदम्बा त्रै गुण की खानी। ते कदे कहंदे उन्हां नूं ये भी आख दिंदे सन, ये तां जगत दी जननी है। ये भाई बाला जी आखते ने भी वो भाई भगीरथ की दुर्दशा किहो जी सी, हालात किहो जे सन धन गुरु नानक साहिब जी महाराज जी की शरण आने तो पहला। कहंदे वो कदे कदे इस तरह भी आराधना करते सन, ये तां जगत माता है, ते इसे तरह कहंदे तिन्हां गुणां दा खजाना है। सिंह बहानी संतन पाली, दैत संघात संगारन काली। ते आखदे ने कहंदे वो शेर की सवारी करदी सी, ते इसे तरह कहंदे समूह दैंतां दा नाश करन वाली सी। दोहरा अस प्रकार बो नाम जप, पूज काल का महत। हरण तिमर अज्ञान को, चहतर दे दिन रात। कहंदे इस प्रकार दे नाल भगीरथ नां दा वो जिहड़ा व्यक्ति सी, जिन्हों भाई भगीरथ करके इतिहास दे विच उन्हां नूं दर्जा मिलिया। कहंदे दिन रात वख-वख नामां दे नाल उन्हां दी पूजा करदे सन, वख-वख नामां दे नाल उन्हां नूं चेते करदे सन, ते आखदे सन भी मेरे अंदरों अज्ञानता दा हनेरा दूर हो जावे, किसे तरह मैनूं देवी दे दर्शन हो जाण। अनेकां तरीकिਆਂ दे नाल उन्हां ने इस तरीके दे नाल देवी दी आराधना कीती। चौपई इते मात्र मोह खुले बिलोचन, लख सुपने को कर बो सोचन। ते कहंदे एक दिन इसे तरह भाई भगीरथ आराम कर रहे सन, सुख लै रहे सन, ते रात नूं इसे तरह मन दे विच विचार चलदे ने सुते पियां दे भी भाई मैं बड़े चिर तो आराधना कर रहा, मैनू देवी दे दर्शन नहीं हो रहे। कहंदे इसे तरह सुधे सित मन दे विच विचार आई कि बड़ी बारी सुनिया कि सुल्तानपुर की धरती के उत्ते कोई अकाल पुरख का रूप धारण करके कोई आया है,
ਤੇ ਉਸਲੇ ਦਰ ਦੇ ਉੱਤੇ ਜਿਹੜਾ ਵੀ ਜਾਂਦਾ ਜਿਹੋ ਜੀ ਕਾਮਨਾ ਲੈ ਕੇ ਜਾਂਦਾ ਤੇ ਉਸ ਇਨਸਾਨ ਦੀ ਕਾਮਨਾ ਪੂਰੀ ਹੋ ਜਾਂਦੀ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਵਿਚਾਰ ਰੱਖਦੇ ਨੇ। ਤੇ ਕਹਿੰਦੇ ਸੁਣਿਆ ਹੈ ਜਗਤ ਦੇ ਵਿੱਚ ਉਹਨਾਂ ਦਾ ਬੜੀ ਵਡਿਆਈ ਹੈ, ਬੜਾ ਜਸ ਹੈ ਵੀ ਜਿਹੋ ਜਿਹੇ ਵੀ ਮੰਗਤੇ ਮੁਰਾਦਾਂ ਲੈ ਕੇ ਜਾਂਦੇ ਨੇ ਉਹਨਾਂ ਦੇ ਕੋਲੋਂ ਸਾਰੀਆਂ ਹੀ ਮੁਰਾਦਾਂ ਉਹਨਾਂ ਦੀਆਂ ਪੂਰੀਆਂ ਹੋ ਜਾਂਦੀਆਂ ਨੇ। ਹੋਰ ਹੋਤ ਲੋ ਦਿੜ ਬੈਰਾਗਾ ਭਇਓ ਹਿਰਦੈ ਨਿਜ ਕੁਟੰਬ ਤਿਆਗਾ। ਤੇ ਕਹਿੰਦੇ ਜਦੋਂ ਸੁਪਨੇ ਦੇ ਵਿੱਚੋਂ ਬਾਹਰ ਨਿਕਲੇ ਨਾ ਤੇ ਮਨ ਬਹੁਤ ਵਿਰਾਗਮਈ ਹੋ ਵਗਿਆ, ਬਹੁਤ ਹੀ ਵਿਰਾਗ ਮਨ ਦੇ ਵਿੱਚ ਆ ਗਿਆ। ਤੇ ਇਸੇ ਤਰ੍ਹਾਂ ਕਹਿੰਦੇ ਦਿਲ ਵਿੱਚ ਐਸੀ ਗੱਲ ਬੈਠੀ ਕਿ ਉਹ ਆਪਣਾ ਪਰਿਵਾਰ ਸਾਰਾ ਹੀ ਛੱਡ ਕੇ ਹੁਣ ਤੁਰ ਪਏ ਹਨ। ਗ੍ਰਾਮ ਚੋਦਰਤਾ ਆਦ ਵਿਭੂਤੀ ਤਜ ਗਮਨੇ ਅਤਸੇ ਮਤ ਪੂਤੀ। ਤੇ ਕਹਿੰਦੇ ਜਿਹੜੀ ਪਿੰਡ ਦੀ ਚੌਧਰਤਾ ਸੀ ਨਾ, ਪਿੰਡ ਦੇ ਚੌਧਰੀ ਸਨ, ਕਹਿੰਦੇ ਜਿਹੜੇ ਪਿੰਡ ਦੀ ਚੌਧਰਤਾ ਸੀ, ਸਾਰੀ ਐਸ਼ੋ ਆਰਾਮ ਭਰੀ ਜਿਹੜੀ ਜ਼ਿੰਦਗੀ ਸੀ ਉਹ ਸਾਰੀ ਦੀ ਸਾਰੀ ਜ਼ਿੰਦਗੀ ਤਿਆਗ ਕੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਪਹੁੰਚ ਗਏ ਨੇ। ਮਾਫ ਕਰਨਾ, ਅੱਜ ਦੇ ਸਮੇਂ ਦੀ ਜੇਕਰ ਗੱਲ ਕਰ ਲਈਏ ਨਾ, ਸਭ ਤੋਂ ਵੱਡੀ ਜਿਹੜੀ ਸਿੱਖੀ ਦੀ ਜੇਕਰ ਮਰਿਆਦਾ ਦੀ ਗੱਲ ਕਰੀਏ ਤਾਂ ਜੇਕਰ ਅਸੀਂ ਸਿੱਖੀ ਦੇ ਸਕੂਲ ਦੇ ਵਿੱਚ ਦਾਖਲਾ ਲੈਣਾ, ਉਹ ਤੋਂ ਸਭ ਤੋਂ ਪਹਿਲੀ ਅਵਸਥਾ ਇਹ ਹੈ ਵੀ ਭਾਈ ਤਿਆਗ ਕਰਨਾ ਪਵੇਗਾ, ਸਭ ਕੁਝ ਤਿਆਗਣਾ ਪਵੇਗਾ, ਮੋਹ ਤਿਆਗਣਾ ਪਵੇਗਾ, ਆਪਣੇ ਅੰਦਰੋਂ ਵਿਸ਼ੇ ਵਿਕਾਰਾਂ ਨੂੰ ਤਿਆਗਣਾ ਪਵੇਗਾ। ਤੇ ਸਭ ਤੋਂ ਪਹਿਲਾਂ ਹੁਣ ਆਪਣੇ ਘਰ ਪਰਿਵਾਰ ਨੂੰ ਤਿਆਗ ਕੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਭਾਈ ਭਗੀਰਥ ਜੀ ਪਹੁੰਚ ਗਏ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬੁੱਧੀ ਬੜੀ ਪਵਿੱਤਰ ਹੈ, ਅੰਤਰਜਾਮੀ ਨੇ, ਸਾਰਿਆਂ ਦੀਆਂ ਦਿਲਾਂ ਦੀਆਂ ਜਾਣਨ ਵਾਲੇ ਨੇ, ਹੁਣ ਉਹਨਾਂ ਦੀ ਸ਼ਰਨ ਦੇ ਵਿੱਚ ਉਹਨਾਂ ਨੂੰ ਮਿਲਣ ਦੇ ਵਾਸਤੇ ਭਾਈ ਭਗੀਰਥ ਪਹੁੰਚ ਗਏ ਹਨ। ਰੋਕ ਰਹੇ ਨਰ ਰੁਕਤ ਨ ਕੈਸੇ ਪ੍ਰੇਮ ਪ੍ਰਵਾਹੇ ਬਯੋ ਹੜ ਜੈਸੇ। ਤੇ ਕਹਿੰਦੇ ਪਿੰਡ ਦੇ ਲੋਕਾਂ ਨੇ, ਮਲਸੀਹਾਂ ਪਿੰਡ ਦੇ ਲੋਕਾਂ ਨੇ ਬੜਾ ਰੋਕਣ ਦਾ ਯਤਨ ਕੀਤਾ, ਪਰ ਮਨ ਦੇ ਵਿੱਚ ਜਿਹੋ ਜੀ ਅਵਸਥਾ ਹੁਣ ਮਨ ਦੀ ਬਣੀ ਹੈ ਨਾ, ਦਰਸ਼ਨਾਂ ਦੀ ਤਾਂਘ ਲੱਗੀ ਹੋਈ ਹੈ, ਬਥੇਰਾ ਲੋਕਾਂ ਨੇ ਜ਼ੋਰ ਲਾਇਆ ਭਾਈ ਆਪਣਾ ਪਰਿਵਾਰ ਛੱਡ ਕੇ ਨਾ ਜਾ, ਚੰਗੀ ਤੈਨੂੰ ਚੌਧਰਤਾ ਮਿਲੀ ਹੈ, ਚੰਗੀ ਤੂੰ ਪਿੰਡ ਦੇ ਉੱਤੇ ਚੌਧਰੀ ਕਰਦਾ, ਸਾਰੇ ਲੋਕ ਤੇਰੀ ਆਗਿਆ ਦਾ ਪਾਲਣ ਕਰਦੇ ਨੇ, ਤੇਰਾ ਹੁਕਮ ਮੰਨਦੇ ਨੇ, ਤੂੰ ਇਹੋ ਜੀ ਜ਼ਿੰਦਗੀ ਨੂੰ ਤਿਆਗ ਕੇ ਨਾ ਜਾ ਭਾਈ। ਬੜਾ ਲੋਕਾਂ ਨੇ ਜ਼ੋਰ ਲਾਇਆ, ਪਰ ਜਦੋਂ ਹੁਣ ਭਾਈ ਭਗੀਰਥ ਦੇ ਮਨ ਦੀ ਦੁਰਦਸ਼ਾ ਸੀ, ਦਰਸ਼ਨਾਂ ਦੀ ਤਾਂਘ ਲੱਗੀ ਹੋਵੇ ਨਾ, ਫਿਰ ਜਿਹੋ ਜਿਹੀਆਂ ਮਰਜ਼ੀ ਰੁਕਾਵਟਾਂ ਆ ਜਾਣ, ਉਹ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਕੇ ਮਨੁੱਖ ਆਪਣੇ ਮਨ ਦੀ ਇੱਛਾ ਨੂੰ ਪੂਰੀ ਕਰਨ ਤੱਕ ਜਾਂਦਾ ਹੈ। ਆਬਾਪੁਰ ਸੁਲਤਾਨ ਤੂਰਨ ਪ੍ਰੇਮ ਸੰਗ ਹਿਰਦਾ ਭਰਪੂਰਨ। ਤੇ ਪਰਿਵਾਰ ਦੇ ਜੀਆਂ ਦੇ ਵੱਲੋਂ ਰੋਕਣ ਤੇ ਵੀ, ਨਗਰ ਦੇ ਸਮੂਹ ਨਿਵਾਸੀਆਂ ਦੇ ਵੱਲੋਂ ਰੋਕਣ ਤੇ ਵੀ ਜਦੋਂ ਭਾਈ ਭਗੀਰਥ ਜੀ ਨਾ ਰੁਕੇ, ਕਹਿੰਦੇ ਤੁਰੰਤ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਪਹੁੰਚ ਗਏ ਨੇ। ਤੇ ਇਸੇ ਤਰ੍ਹਾਂ ਕਹਿੰਦੇ ਹਿਰਦੇ ਦੇ ਵਿੱਚ ਬੜਾ ਹੀ ਪ੍ਰੇਮ ਭਰਿਆ ਹੋਇਆ ਹੈ। ਜਹ ਆਪਨ ਪਰ ਜਾਚਕ ਪੀਰਾ ਦਰਸ਼ਨ ਹੇਤੇ ਹੋ ਤੇ ਅਧੀਰਾ। ਤੇ ਜਿਸ ਦੁਕਾਨ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰੋਜ਼ਾਨਾ ਬੈਠਦੇ ਨੇ ਨਾ, ਮੋਦੀ ਖਾਨੇ ਦੀ ਕਾਰ ਚਲਾਉਂਦੇ ਨੇ, ਕਹਿੰਦੇ ਜਾ ਕੇ ਦੇਖਿਆ ਕਿ ਬੜੇ ਮੰਗਤਿਆਂ ਦੀ ਭੀੜ ਉੱਥੇ ਲੱਗੀ ਹੋਈ ਹੈ। ਜਿਸ ਤਰੀਕੇ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਸੁਣੀ ਸੀ ਨਾ, ਜਿਸ ਤਰੀਕੇ ਦੇ ਨਾਲ ਵਡਿਆਈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪੂਰੀ ਸਮਾਜ ਦੇ ਵਿੱਚ ਫੈਲੀ ਹੋਈ ਸੀ, ਜਿਸ ਤਰੀਕੇ ਦਾ ਜਸ ਭਗੀਰਥ ਜੀ ਨੇ ਆਪਣੇ ਕੰਨਾਂ ਦੇ ਨਾਲ ਸੁਣਿਆ ਸੀ, ਹੁਣ ਸਾਰਾ ਕੁਝ ਪ੍ਰਤੱਖ ਆਪਣੀਆਂ ਅੱਖਾਂ ਦੇ ਨਾਲ ਦੇਖ ਲਿਆ, ਕੁਝ ਵੀ ਝੂਠ ਨਹੀਂ ਸੀ, ਸਾਰਾ ਕੁਝ ਸੱਚ। ਜਦੋਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਤਾਂ ਅੱਖਾਂ ਦੇ ਵਿੱਚ ਵੈਰਾਗ ਆ ਗਿਆ, ਹੰਝੂ ਆ ਗਏ ਨੇ। ਤੇ ਦੇਖਿਆ ਦੁਕਾਨ ਦੇ ਉੱਤੇ ਮੰਗਤਿਆਂ ਦੀ ਬੜੀ ਹੀ ਭੀੜ ਲੱਗੀ ਹੋਈ ਹੈ। ਤੇ ਇਸੇ ਤਰ੍ਹਾਂ ਹੁਣ ਰੁਕਿਆ ਨਹੀਂ ਜਾ ਰਿਹਾ, ਦਰਸ਼ਨਾਂ ਦੀ ਬੜੀ ਤਾਂਘ ਹੈ, ਦਰਸ਼ਨ ਕਰਨ ਦੇ ਵਾਸਤੇ ਬੜੇ ਹੀ ਵਿਆਕੁਲ ਹੋ ਰਹੇ ਹਨ। ਪਗ ਪਰ ਰਹੇ ਉਹ ਦੰਡ ਸਮਾਨਾ ਵਿਆਕੁਲ ਪਾਤਨ ਸੁਧ ਬਿਸਰਾਨਾ। ਤੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਦੇਖਿਆ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ, ਕਹਿੰਦੇ ਫਿਰ ਉਹਨਾਂ ਦੀ ਜਿਹੜੀ ਸਥਿਤੀ ਸੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਉਹਨਾਂ ਨੇ ਆਪਣੇ ਤਨ ਅਤੇ ਮਨ ਦੀ ਸਾਰੀ ਸੁੱਧ ਬੁੱਧ ਹੀ ਭੁਲਾ ਦਿੱਤੀ। ਕਹਿੰਦੇ ਲੰਮੇ ਪੈ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਹੁਣ ਡੰਡੌਤ ਕਰਦੇ ਹਨ। ਸਭ ਬਿਰਤਾਂਤ ਲਖ ਕਰ ਜਗਨਾਥਾ ਹਾਥ ਸੁਹਾਇਓ ਮਾਥੇ ਸਾਥਾ। ਤੇ ਜਿਹੜੇ ਜਗਤ ਦੇ ਨਾਥ ਨੇ, ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਅੰਤਰਜਾਮੀ ਨੇ, ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਨੇ, ਭਾਈ ਭਗੀਰਥ ਜੀ ਦੀ ਜਦੋਂ ਇਹ ਹਾਲਤ ਦੇਖੀ ਨਾ,
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸੁੰਦਰ ਹੱਥਾਂ ਨੂੰ ਭਾਈ ਭਗੀਰਥ ਜੀ ਦੇ ਸੋਹਣੇ ਸੀਸ ਦੇ ਉੱਤੇ ਫੇੜਿਆ ਤੇ ਭਾਈ ਭਗੀਰਥ ਜੀ ਦੇ ਕੋਲੋਂ ਹੁਣ ਉਹਨਾਂ ਦੀ ਜੋ ਵੀ ਮਨ ਦੀ ਇੱਛਾ ਸੀ ਉਹ ਪੁੱਛਣਾ ਕਰਦੇ ਹਨ। ਚੌਪਈ ਪੂਜਾ ਪਕਰ ਕੈ ਪੋਹਰ ਬਿਠਾਇਓ, ਸ਼੍ਰੀ ਮੁਖ ਕੋਮਲ ਬਾਕ ਲਾਇਓ। ਪੂਜਾ ਦਾ ਭਾਵ ਹੁੰਦਾ ਬਾਹਾਂ ਤੋਂ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਭਗੀਰਥ ਜੀ ਨੂੰ ਬਾਹਾਂ ਤੋਂ ਫੜ ਕੇ ਹੁਣ ਆਪਣੇ ਕੋਲ ਬਿਠਾਇਆ ਹੈ ਕਹਿੰਦੇ, ਤੇ ਫਿਰ ਆਪਣੇ ਮੁਖ ਤੋਂ, ਕੋਮਲ ਮੁਖ ਤੋਂ, ਸ਼੍ਰੀ ਕੰਠ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ ਹਨ। ਕਨੋ ਕੌਣ ਮਨੋਰਥ ਕਹਿਤੇ ਆਵਾ, ਚਾਹੇ ਸੋ ਦਿਓ ਕਹੋ ਮਨ ਭਾਵਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਭਗੀਰਥ ਨੂੰ ਪੁੱਛਦੇ ਨੇ ਵੀ ਭਾਈ ਤੁਹਾਡਾ ਕੀ ਮਨੋਰਥ ਹੈ, ਤੁਹਾਡੀ ਕੀ ਮਨੋਕਾਮਨਾ ਹੈ, ਤੁਹਾਡੇ ਮਨ ਦੀ ਕੀ ਇੱਛਾ ਹੈ, ਕੀ ਪ੍ਰਾਪਤ ਕਰਨ ਆਏ ਹੋ। ਜੋ ਕੁਝ ਵੀ ਤੁਹਾਨੂੰ ਚਾਹੀਦਾ ਹੈ ਨਾ ਸਾਨੂੰ ਦੱਸਣਾ ਕਰੋ, ਅਸੀਂ ਸਭ ਕੁਝ ਤੁਹਾਨੂੰ ਦੇਵਾਂਗੇ। ਸੁਣਤ ਭਗੀਰਥ ਬੋਲਿਓ ਬਾਣੀ, ਸਭ ਜਾਣਤ ਹੋ ਤੁਮ ਗੁਣ ਖਾਨੀ। ਕਹਿੰਦੇ ਇਹ ਸੁਣ ਕੇ ਭਾਈ ਭਗੀਰਥ ਜੀ ਹੁਣ ਆਖਦੇ ਨੇ ਵੀ ਭਾਈ ਤੁਸੀਂ ਤਾਂ ਸਾਰਿਆਂ ਦੀਆਂ ਦਿਲਾਂ ਦੀਆਂ ਜਾਣਨ ਵਾਲੇ ਹੋ, ਤੁਸੀਂ ਤਾਂ ਗੁਣਾਂ ਦੀ ਖਾਣ ਹੋ, ਗੁਣਾਂ ਦਾ ਖਜ਼ਾਨਾ ਹੋ, ਤੁਸੀਂ ਸਭ ਕੁਝ ਹੀ ਜਾਣਦੇ ਹੋ। ਗ੍ਰਾਮ ਮਲਸੀਆਂ ਮਹਿਤਮਾ, ਕਰੋ ਉਪਾਸਨ ਕਾਲੀ ਨਾਮਾ। ਤੇ ਕਹਿੰਦੇ ਇਸੇ ਤਰ੍ਹਾਂ ਹੁਣ ਭਾਈ ਭਗੀਰਥ ਜੀ ਫਿਰ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪੁੱਛਣ ਦੇ ਉੱਤੇ ਦੱਸਣਾ ਕਰਦੇ ਨੇ। ਕਹਿੰਦੇ ਮੈਂ ਮਲਸੀਹਾਂ ਨਗਰ ਦਾ ਰਹਿਣ ਵਾਲਾ, ਮੇਰਾ ਪਿੰਡ ਮਲਸੀਹਾਂ ਹੈ, ਤੇ ਕਹਿੰਦੇ ਬਹੁਤ ਸਮੇਂ ਤੋਂ ਮੈਂ ਦੇਵੀ ਦੀ ਉਪਾਸਨਾ ਕੀਤੀ ਸੀ। ਮੈਂ ਆਇਓ ਤੁਮ ਸੇਵਨ ਚਰਨਾ, ਨਮੋ ਨਮੋ ਪੋ ਸ਼ਰਨ ਸ਼ਰਨਾ। ਤੇ ਕਹਿੰਦੇ ਹੁਣ ਸਾਰਾ ਕੁਝ ਛੱਡ ਕੇ ਜਦੋਂ ਤੁਹਾਡੀ ਵਡਿਆਈ ਸੁਣੀ ਨਾ, ਤੁਹਾਡਾ ਜਸ ਸੁਣਿਆ, ਅਨੇਕਾਂ ਲੋਕਾਂ ਨੂੰ ਤੁਸੀਂ ਮੁਕਤੀ ਦੇ ਮਾਰਗ ਦੇ ਉੱਤੇ ਪਾਇਆ, ਅਨੇਕਾਂ ਲੋਕਾਂ ਦੇ ਦੁੱਖੜੇ ਦੂਰ ਕੀਤੇ ਨੇ। ਜਦੋਂ ਤੁਹਾਡੀ ਵਡਿਆਈ ਸੁਣੀ, ਕਹਿੰਦੇ ਮੈਂ ਵੀ ਹੁਣ ਸਾਰਾ ਕੁਝ ਤਿਆਗ ਕੇ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਤੇ ਹੇ ਸ਼ਰਨਹੀਨਾਂ ਨੂੰ ਸ਼ਰਨ ਦੇਣ ਵਾਲੇ ਪ੍ਰਭੂ ਜੀ, ਸੁਣ ਸ੍ਰੋਣ ਮੈਂ ਬਿਨੈ ਵਿਸਾਲਾ, ਪਰਮ ਪ੍ਰਸੀਦੇ ਦੀਨ ਦਿਆਲਾ। ਤੇ ਜਦੋਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਭਗੀਰਥ ਜੀ ਦੀ ਇਹ ਹਾਲਤ ਦੇਖੀ ਨਾ, ਇਹ ਵਚਨ ਸੁਣੇ ਵੀ ਮੈਂ ਤੁਹਾਡੀ ਸ਼ਰਨ ਦੇ ਵਿੱਚ ਚੱਲ ਕੇ ਆਇਆ, ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਦੀਨਾਂ ਦੇ ਦਿਆਲ ਜਿਹੜੇ ਪ੍ਰਭੂ ਸੀ, ਉਹ ਭਾਈ ਭਗੀਰਥ ਜੀ ਦੇ ਇਹ ਵਚਨ ਸੁਣ ਕੇ ਬੜੇ ਹੀ ਖੁਸ਼ ਹੋਏ ਨੇ। ਹੁਣ ਸ਼ਰਨ ਆਉਣਾ ਕੇਵਲ ਤੇ ਕੇਵਲ ਇੰਨਾ ਨਹੀਂ ਵੀ ਅਸੀਂ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸਰੀਰ ਦੇ ਪੱਖੋਂ ਆ ਕੇ ਨਮਸਕਾਰ ਕਰਦੀ, ਆਪਣੇ ਸੀਸ ਨੂੰ ਝੁਕਾਉਂਦੀ ਹੈ। ਸ਼ਰਨ ਆਉਣ ਦਾ ਭਾਵ ਇਹ ਹੁੰਦਾ ਵੀ ਭਾਈ ਆਪਣਾ ਆਪ ਤਿਆਗ ਕੇ ਆਪਣੇ ਮਨ ਦੀ ਹਾਜ਼ਰੀ ਲਗਾਉਣੀ, ਆਪਣੇ ਮਤ ਨੂੰ ਤਿਆਗ ਕੇ ਗੁਰੂ ਦੀ ਮਤ ਨੂੰ ਧਾਰਨ ਕਰਨਾ। ਹੁਣ ਭਾਈ ਭਗੀਰਥ ਜੀ ਸਾਰਾ ਕੁਝ ਤਿਆਗ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਏ ਸੀ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਇਹ ਸਾਰਾ ਕੁਝ ਦੇਖਿਆ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੇਅੰਤ ਖੁਸ਼ ਹੁੰਦੇ ਹਨ। ਜਗਤ ਸਭੈ ਪਰ ਪੰਚ ਦਿਖਾਇਓ, ਬਹੁਰੋ ਆਪਣੀ ਸੇਵ ਲਗਾਇਓ। ਤੇ ਪਹਿਲਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਹਿੰਦੇ ਜਗਤ ਦੇ ਸਾਰੇ ਪ੍ਰਪੰਚ ਦਿਖਾਉਣੇ ਕੀਤੇ ਨੇ, ਜਗਤ ਦੇ ਬਾਰੇ ਦੱਸਣਾ ਕੀਤਾ, ਤੇ ਬਾਅਦ ਦੇ ਵਿੱਚ ਕਹਿੰਦੇ ਫਿਰ ਉਹਨਾਂ ਨੂੰ ਆਪਣੀ ਸੇਵਾ ਬਖਸ਼ਿਸ਼ ਕੀਤੀ ਹੈ। ਰਹਿਤ ਭਿਓ ਦਰਸ਼ਨ ਨਿਤ ਕਰਹੀ, ਚਰਨ ਪਖਾਰ ਹਰ ਖਿਉਰ ਤਰਹੀ। ਹੁਣ ਭਾਈ ਭਗੀਰਥ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸ਼ਰਨ ਦੇ ਵਿੱਚ ਆਉਂਦੇ ਨੇ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰਦੇ ਨੇ, ਵਡਿਆਈਆਂ ਬਖਸ਼ਦੇ ਨੇ। ਇੱਥੋਂ ਤੱਕ ਕਿ ਭਾਈ ਭਗੀਰਥ ਜੀ ਨੂੰ ਇਹ ਬਚਨ ਆਖ ਦਿੱਤੇ ਵੀ ਤੁਸਾਂ ਨੇ ਹੁਣ ਸਾਡੇ ਪਾਸ ਹੀ ਰਹਿਣਾ ਹੈ। ਤੇ ਕਹਿੰਦੇ ਭਾਈ ਭਗੀਰਥ ਜੀ ਨਿਤ ਪ੍ਰਤੀ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਕਰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ। ਤੇ ਇਸੇ ਤਰ੍ਹਾਂ ਕਹਿੰਦੇ ਹਿਰਦੇ ਦੇ ਵਿੱਚ ਖੁਸ਼ੀ ਧਾਰ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਨੇ ਤੇ ਬੜੀ ਹੀ ਸੇਵਾ ਕਰਦੇ ਹਨ। ਜਿਉ ਕਰੁਣਾ ਨਿਧ ਦੇਹ ਰਜਾਈ, ਤੈਸੇ ਕਰੇ ਸਦਾ ਮਨ ਭਾਈ। ਕਹਿੰਦੇ ਜਿਵੇਂ ਹੀ ਕਿਰਪਾ ਦੇ ਸਮੁੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਗਿਆ ਕਰਦੇ ਨੇ, ਜਿਹੋ ਜਿਹਾ ਵੀ ਹੁਕਮ ਕਰਦੇ ਨੇ, ਭਾਈ ਭਗੀਰਥ ਜੀ ਕਹਿੰਦੇ ਉਹਨਾਂ ਦੀ ਆਗਿਆ ਦਾ ਪਾਲਣ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨਾਂ ਨੂੰ ਸਿਰ ਮੱਥੇ ਮੰਨਦੇ ਹਨ। ਬੀਤਿਓ ਅਸ ਪ੍ਰਕਾਰ ਕਸ ਕਾਲਾ, ਸ਼ਰਦਾ ਧਾਰਤ ਹਿਰਦੈ ਵਿਸਾਲਾ।
ਕਹਿੰਦੇ ਇਸ ਤਰ੍ਹਾਂ ਕੁਝ ਸਮਾਂ ਬਤੀਤ ਹੋਇਆ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਰਹਿੰਦਿਆਂ ਜਿੱਥੇ ਭਾਈ ਭਗੀਰਥ ਜੀ ਦੇ ਮਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਪ੍ਰੇਮ ਪੈਦਾ ਹੋਇਆ, ਸ਼ਰਧਾ ਪੈਦਾ ਹੋਈ, ਉੱਥੇ ਪਿਆਰ ਦੇ ਨਾਲ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਦੇ ਨੇ, ਉੱਥੇ ਨਾਲ ਹੀ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਰਹਿ ਕੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਵੀ ਕਰਦੇ ਨੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਵਿੱਚ ਸਰਵਣ ਕਰ ਚੁੱਕੇ ਹਾਂ ਕਿ ਭਾਈ ਭਗੀਰਥ ਜੀ ਜਿਹੜੇ ਮੈਲਸੀਹਾਂ ਪਿੰਡ ਦੇ ਰਹਿਣ ਵਾਲੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਨੇ। ਦੋ ਨੁਕਤੇ ਆਪ ਜੀਆਂ ਦੇ ਨਾਲ ਇਸ ਪ੍ਰਸੰਗ ਦੇ ਵਿੱਚ ਮੁੱਖ ਸਾਂਝੇ ਕੀਤੇ ਨੇ ਕਿ ਭਾਈ ਜਦੋਂ ਸ਼ਰਨ ਆਉਣਾ ਨਾ, ਸਭ ਤੋਂ ਪਹਿਲਾਂ ਆਪਣਾ ਆਪ ਤਿਆਗਣਾ ਪਵੇਗਾ। ਆਪਣੇ ਅਹੁਦਿਆਂ ਦਾ ਹੰਕਾਰ, ਆਪਣੀ ਬੁੱਧੀ ਦਾ ਹੰਕਾਰ, ਇਹ ਤਿਆਗ ਕੇ ਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਪਵੇਗਾ। ਫਿਰ ਸ਼ਰਨ ਆਉਣਾ ਕੇਵਲ ਇਹ ਨਹੀਂ ਵੀ ਅਸੀਂ ਆ ਕੇ ਕੱਲੀ ਨਮਸਕਾਰ ਕਰ ਦਈਏ, ਮੱਥਾ ਟੇਕ ਦਈਏ, ਫਿਰ ਆਪਣੀ ਮੱਤ ਨੂੰ ਗੁਰੂ ਅੱਗੇ ਸਮਰਪਿਤ ਕਰ ਦੇਣਾ ਚਾਹੀਦਾ ਵੀ ਭਾਈ ਇੱਥੋਂ ਤੱਕ ਭਾਵਨਾ ਹੋਣੀ ਚਾਹੀਦੀ ਕਿ ਅੱਜ ਤੋਂ ਜੋ ਵੀ ਗੁਰੂ ਬਚਨ ਕਹੇਗਾ ਉਹਨਾਂ ਬਚਨਾਂ ਨੂੰ ਮੈਂ ਆਪਣੇ ਸਿਰ ਮੱਥੇ ਮੰਨਾਂਗਾ। ਪ੍ਰਸੰਗ ਦੇ ਵਿੱਚ ਹੁਣੀ ਸਰਵਣ ਕਰਕੇ ਹਟਿਆ ਕਿ ਜੋ ਕੁਝ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਭਗੀਰਥ ਜੀ ਉਹ ਸੱਤ ਕਰਕੇ ਮੰਨਦੇ ਨੇ। ਉਹਨਾਂ ਬਚਨਾਂ ਦੇ ਉੱਤੇ ਚੱਲਦਿਆਂ ਹੀ ਸਿੱਖੀ ਕਮਾਈ ਗਈ ਸੀ, ਤਾਂ ਹੀ ਭਗੀਰਥ ਤੋਂ ਭਾਈ ਭਗੀਰਥ ਜੀ ਬਣ ਗਏ। ਤੇ ਭਾਈ ਭਗੀਰਥ ਦਾ ਕਿਰਦਾਰ ਇਹੋ ਜਿਹਾ ਬਣਿਆ ਕਿ ਭਾਈ ਭਗੀਰਥ ਜੀ ਨੂੰ ਦੇਖ ਕੇ ਹੀ ਮਨਸੁਖ ਨਾਂ ਦਾ ਵਿਅਕਤੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸਿੱਖ ਬਣ ਜਾਂਦਾ। ਅਗਲੇ ਦੀਵਾਨਾਂ ਦੇ ਵਿੱਚ ਉਹ ਵੀ ਪ੍ਰਸੰਗ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬਖਸ਼ਦਿਆਂ ਹੋਇਆ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।